ਸਤਨਾਮ ਸ਼੍ਰੀ ਵਾਹਿਗੁਰੂ ਜੀ। ਇੱਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦਿ ਜਪੁ। ਆਦਿ ਸਚ ਜੁਗਾਦਿ ਸਚ ਹੈ ਭੀ ਸਚ। ਨਾਨਕ ਹੋਸੀ ਭੀ ਸਚ। ਡੰਡੌਤ ਬੰਦਨ ਅਨਕ ਬਾਰ ਸਰਬ ਕਲਾ ਸਮਰੱਥ। ਡੋਲਨ ਤੇ ਰਾਖੋ ਪ੍ਰਭੂ ਨਾਨਕ ਦੇ ਕਰ ਹੱਥ। ਫਿਰਤ ਫਿਰਤ ਪ੍ਰਭ ਆਇਆ ਪਰਿਆ ਤਉ ਸ਼ਰਨਾਏ। ਨਾਨਕ ਕੀ ਪ੍ਰਭ ਬੇਨਤੀ ਆਪਣੀ ਭਗਤੀ ਲਾਏ। ਤੁਧ ਆਗੈ ਅਰਦਾਸ ਹਮਾਰੀ ਜਿਉ ਪਿੰਡ ਸਭ ਤੇਰਾ। ਕਹੋ ਨਾਨਕ ਸਭ ਤੇਰੀ ਵਡਿਆਈ ਕੋਈ ਨਾਉ ਨਾ ਜਾਣੈ ਮੇਰਾ। ਕਹੋ ਨਾਨਕ ਸਭ ਤੇਰੀ ਵਡਿਆਈ ਕੋਈ ਨਾਉ ਨਾ ਜਾਣੈ ਮੇਰਾ। ਪਰਮ ਸਤਿਕਾਰਯੋਗ ਗੁਰੂ ਰੂਪ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮਾਤਮਾ ਦੇ ਪੁਰੀ ਪੁਰੀ ਬਸੰਤਾ ਸਾਹਿਬ ਪੁਰਸ਼ਾ ਸ੍ਰੀ ਅਕਾਲ ਪੁਰਖ ਪਰਮਾਤਮਾ ਵਾਹਿਗੁਰੂ ਜੀ ਨੇ ਅਪਾਰ ਰਹਿਮਤ ਕਿਰਪਾ ਕੀਤੀ ਹੈ। ਅੰਮ੍ਰਿਤ ਵੇਲੇ ਦੇ ਸੁਭਾਗ ਸਮੇਂ ਬਖਸ਼ੇ ਨੇ। ਜੋ ਵੀ ਮਾਈ ਭਾਈ ਸਮੂਹ ਗੁਰ ਸੁਖ ਪਿਆਰੇ ਗੁਰੂ ਚਰਨਾਂ ਦੀਆਂ ਹਾਜ਼ਰੀਆਂ ਭਰ ਰਹੇ ਹੋ, ਸਭ ਧੰਨਤਾ ਦੇ ਯੋਗ ਹੋ। ਜੋ ਆਪਣੇ ਸਮੇਂ ਨੂੰ, ਸਵਾਸਾਂ ਨੂੰ, ਮਨੁੱਖਾ ਜਨਮ ਨੂੰ ਲੇਖੇ ਵਿੱਚ ਲਾਉਣ ਦਾ ਯਤਨ ਕਰ ਰਹੇ ਹੋ। ਸੋ ਆਓ ਗੁਰੂ ਸਾਹਿਬ ਜੀ ਦੀ ਕਿਰਪਾ ਦੇ ਨਾਲ ਲੜੀਵਾਰ ਕਥਾ ਵਿਚਾਰ ਕਰਨ ਸੁਣਨ ਦਾ ਸਮਾਂ ਮਿਲਿਆ। ਸਮੇਂ ਦਾ ਲਾਹਾ ਲਈਏ। ਕੱਲ ਜੋ ਵਿਚਾਰਿਆ ਸੀ, ਪੂਰੇ ਗੁਰੂ ਦੀ ਕਿਰਪਾ ਦੇ ਨਾਲ ਮੁਕਤੀ ਦੀ ਪ੍ਰਾਪਤੀ ਹੈ, ਗਤ ਹੋਏਗੀ। ਭਗਤ ਨਾਮਦੇਵ ਜੀ, ਉਹਨਾਂ ਨੂੰ ਲੋਕ ਸ਼ਿੰਬਾ ਕਹਿੰਦੇ, ਨੀਵੀਂ ਜਾਤ ਦਾ। ਕਬੀਰ ਸਾਹਿਬ ਜੀ ਜਲਾਹਾ ਨੀਮਾ ਕਹਿੰਦੇ ਸੀ ਲੋਕ। ਨਾਮ ਨਾਲ ਜੁੜੇ, ਗੁਰੂ ਦੇ ਉਪਦੇਸ਼ ਨੂੰ ਧਾਰਨ ਕੀਤਾ ਤੇ ਉਹਨਾਂ ਦੀ ਗਤ ਹੋਈ। ਤੇ ਜਿਹੜੇ
ਬ੍ਰਹਮ ਦੇ ਸਰੂਪ ਤੋਂ ਜਾਣੂ ਹੋ ਗਏ। ਬ੍ਰਹਮ ਨੂੰ ਪਛਾਣ ਲਿਆ ਜਿਨ੍ਹਾਂ ਨੇ, ਉਹਨਾਂ ਦੇ ਅੰਦਰੋਂ ਜਾਤ ਪਾਤ ਦੀ ਹਉਮੈ ਹੰਗਤਾ ਖਤਮ ਹੋ ਗਈ। ਕਬੀਰ ਸਾਹਿਬ ਜੀ ਦੇ ਬਚਨ ਨੇ, ਜਾਤ ਜੁਲਾਹਾ ਕਿਆ ਕਰੈ, ਹਿਰਦੈ ਵਸੈ ਗੋਪਾਲ। ਕਈ ਜਾਓ ਜੁਲਾਹਾ ਕਹਿੰਦੇ, ਕਈ ਜਾਓ ਨੀਵਾਂ, ਪਰਖੀ ਜਾਓ ਜਾਤ ਕੋ ਜਾਤ, ਨੀਵੀਆਂ ਜਾਤਾਂ ਉੱਚੀਆਂ ਜਾਤਾਂ। ਪਰ ਕਹਿੰਦੇ ਹਿਰਦੈ ਵਸੈ ਗੋਪਾਲ, ਹਿਰਦੇ 'ਚ ਤਾਂ ਰੱਬ ਵਸਦਾ। ਆਪਣੇ ਤਨ ਦੀ ਹੰਗਤਾ ਹਉਮੈ ਜਾਤ ਨਾਸ ਹੋ ਜਾਂਦੀ ਹੈ, ਤਿਆਗ ਦਿੰਦਾ ਹੈ ਬੰਦਾ ਜਦੋਂ ਬ੍ਰਹਮ ਕੇ ਵੇਤੇ ਸ਼ਬਦ ਪਛਾਣੈ। ਅੰਦਰ ਕੋਈ ਭੁਲੇਖਾ ਨਹੀਂ ਜੀ ਰਹਿਣਾ। ਜਦੋਂ ਅਸੀਂ ਸ਼ਬਦ ਨਾਲ ਜੁੜ ਗਏ, ਜੇ ਨਹੀਂ ਜੁੜੇ ਤਾਂ ਸਭ ਕੁਛ ਹੈ ਸਾਡੇ ਅੰਦਰ, ਤਾਂ ਹਰ ਇੱਕ ਤਰ੍ਹਾਂ ਦੇ ਫੁਰਨੇ ਉੱਠਦੇ ਰਹਿਣਗੇ। ਤੇ ਜਦੋਂ ਸ਼ਬਦ ਨਾਲ ਜੁੜ ਗਏ, ਸਭ ਚੰਗੇ ਲੱਗਣਗੇ, ਸਭ ਵਧੀਆ ਨੇ। ਬਾਣੀ ਦਾ ਸਿਧਾਂਤ ਹੀ ਇਹੀ ਹੈ, ਹਮ ਨਹੀਂ ਚੰਗੇ ਬੁਰਾ ਨਹੀਂ ਕੋਏ, ਪ੍ਰਣਵਤ ਨਾਨਕ ਤਾਰੇ ਸੋਏ। ਗੁਰੂ ਮਹਾਰਾਜ ਅੱਗੇ ਬਚਨ ਕਰਦੇ ਨੇ, ਸੁਰ ਨਰ ਤਿਨ ਕੀ ਬਾਣੀ ਗਾਵੇ, ਕੋਈ ਨਾ ਮਿਟੇ ਭਾਈ। ਐ ਭਾਈ ਉਹਨਾਂ ਭਗਤਾਂ ਦੀ ਬਾਣੀ ਨੂੰ ਸੁਰ ਕਹੀਏ ਦੇਵਤੇ, ਨਰ ਕਹੀਏ ਮਨੁੱਖ, ਉਹ ਜਿਹੜੇ ਰੱਬ ਦੇ ਪਿਆਰੇ ਆ ਸਰੀਰ ਚੋਂ ਨਿਕਲ ਕੇ, ਊਚ ਨੀਚ ਤੋਂ ਨਿਕਲ ਕੇ ਬ੍ਰਹਮ ਦੇ ਵੇਤੇ ਬਣ ਗਏ, ਬ੍ਰਹਮ ਵੇਤੇ ਬਣ ਗਏ, ਬ੍ਰਹਮ ਸਰੂਪ ਹੋ ਗਿਆ, ਗਿਆਨ ਹੋ ਗਿਆ ਉਹਨਾਂ ਨੂੰ। ਤੇ ਫਿਰ ਉਹਨਾਂ ਦੀ ਬਾਣੀ ਜਿਹੜੀ ਹੈ ਨਾ, ਬਾਣੀ ਫਿਰ ਉਹ ਬਾਣੀ ਨੂੰ ਦੇਵੀ ਦੇਵਤੇ ਮਨੁੱਖ ਸਭ ਗਾਉਂਦੇ ਨੇ, ਕੋਈ ਨਾ ਮਿਟੇ ਭਾਈ। ਫਿਰ ਉਹ ਬਾਣੀ ਜਿਹੜੀ ਹੈ ਉਹਨਾਂ ਦੀ ਬਾਣੀ ਜਸ ਨੂੰ ਕੋਈ ਵੀ ਮੇਟ ਨਹੀਂ ਸਕਦਾ। ਇਹ ਜਸ ਜਿਹੜਾ ਹੈ, ਦੈਤ ਪੂਤ ਕਰਮ ਧਾਰਮਿਕ ਸੰਜਮ ਨਾ ਪੜੈ, ਦੂਜਾ ਭਾਉ ਨਾ ਜਾਣੈ। ਹੋਰ ਦੇਖੋ, ਕਹਿੰਦੇ ਦੈਂਤ ਹਰਨਾਕਸ਼ ਦੇ ਪੁੱਤਰ ਪ੍ਰਹਿਲਾਦ ਭਗਤ ਨੇ ਕਿਸੇ ਪ੍ਰਕਾਰ ਦਾ ਦੈਂਤਾਂ ਵਾਲਾ ਕਰਮ, ਕੋਈ ਵੀ ਹਿੰਸਾ ਆਦਿ ਕਰਨ ਵਾਲਾ ਧਰਮ ਹੈ। ਦੈਂਤ ਦਾ ਪੁੱਤਰ ਸੀ ਉਹ ਭਗਤ ਪ੍ਰਹਿਲਾਦ, ਪਰ ਉਹਨੇ ਕੋਈ ਰਾਖਸ਼ਾਂ ਵਾਲਾ ਦੈਂਤਾਂ ਵਾਲਾ ਕਰਮ ਨਹੀਂ ਕੀਤਾ। ਹਿੰਸਾ ਕਰਨ ਵਾਲਾ ਕੋਈ ਧਰਮ ਕਰਮ ਸੰਜਮ ਕਹੀਏ, ਇੰਦਰੀਆਂ ਦਾ ਦਮਨ ਕਰਕੇ ਯੱਗ ਤੇ ਹਵਨ, ਹੋਰ ਕਿਸੇ ਪ੍ਰਕਾਰ ਦੀ ਨੀਤੀ ਦੀ ਪੜ੍ਹਾਈ ਪੜ੍ਹਨਾ ਨਹੀਂ ਕੀਤੀ ਉਹਨੇ। ਮੈਂ ਹਵਨ ਕਰ ਲਾਂ, ਜੱਗ ਕਰ ਲਾਂ, ਭਗਤ ਪ੍ਰਹਿਲਾਦ ਦੀ ਗੱਲ ਹੈ। ਇਹ ਕੁਛ ਨਹੀਂ ਕੀਤਾ ਉਹਨੇ, ਬਲਕਿ ਉਹਦੇ ਹਿਰਦੇ ਅੰਦਰ ਐਸੀ ਮੱਤ ਦਾ ਪ੍ਰਕਾਸ਼ ਹੋ ਗਿਆ, ਉਹ ਦੂਜਾ ਭਾਉ ਨਾ ਜਾਣੈ, ਦਵੈਤ ਭਾਵ ਨੂੰ ਜਾਣਦਾ ਹੀ ਨਹੀਂ ਸੀਗਾ। ਇਹ ਸਾਧਨ ਨੇ, ਮੰਜ਼ਿਲ ਨਹੀਂ। ਮੰਜ਼ਿਲ ਕੁਛ ਹੋਰ ਹੈ। ਅਸੀਂ ਵੀ ਸਾਧਨ ਕਰਨ ਦੀ ਰਹਿੰਦੇ ਹਾਂ,
ਮੰਜ਼ਿਲ ਆਉਂਦੀ ਨਹੀਂ। ਸਾਧਨ ਕੁਛ ਹੋਰ ਨੇ, ਮੰਜ਼ਿਲ ਕੁਛ ਹੋਰ ਹੈ। ਮੇਨ ਗੱਲ ਗਿਆਨ ਦੀ ਹੈ। ਇੱਕ ਰਸ ਅਣਦਿਨ ਪਰਮੇਸ਼ਰ ਦੇ ਸਿਮਰਨ ਕਰਨ ਦੀ ਆ, ਰੱਬ ਰੱਬ ਕਰਨ ਦੀ ਆ ਜੀ। ਕਰਮ ਧਰਮ ਜੇ ਬੰਦਾ ਕਰੀ ਜਾਵੇ, ਰਹੀ ਜਾਵੇ ਮੇਰੇ ਵਰਗਾ 24 ਘੰਟੇ ਗੁਰਦੁਆਰੇ, ਗੱਲ ਸਾਰੀ ਅਵਸਥਾ ਤੇ ਆ ਕੇ ਮੁੱਕਦੀ ਹੈ। ਦੂਜਾ ਭਾਉ ਨਾ ਜਾਣਾ ਹੈ। ਉਹ ਰਾਖਸ਼ ਦਾ ਪੁੱਤ ਸੀ, ਨਾ ਨੇ ਕੋਈ ਕਰਮ ਧਰਮ ਕੀਤਾ, ਨਾ ਕੋਈ ਰਾਖਸ਼ਾਂ ਵਾਲਾ ਕੰਮ ਕੀਤਾ ਜੀ। ਕੋਈ ਬਲ ਹਵਨ ਨਹੀਂ ਉਹਨੇ ਕੀਤਾ, ਜਗ ਨਹੀਂ ਕੋਈ ਕੀਤਾ। ਗੁਰੂ ਦੀ ਮੱਤ ਦੁਆਰਾ ਐਸਾ ਪ੍ਰਕਾਸ਼ ਹੋ ਗਿਆ ਅੰਦਰ। ਦੂਜਾ ਭਾਉ ਪ੍ਰੇਮ ਦਵੈਤ ਜਿਹੜੀ ਹੈ ਉਹਨੇ ਜਾਣੇ ਵੀ ਆਪਾਂ ਨੇ ਲੈਣਾ ਕੀ ਹੈ। ਇੱਕੇ ਸਵਾਲ ਸੀ ਕਿ ਕਿਸ ਉਦਮ ਤੇ ਰਾਜ ਮਿਲੈ, ਸਤਰੂ ਤੇ ਹੋਵਨ ਸਭ ਮੀਤਾ। ਮਾਂ ਨੂੰ ਪੁੱਛਿਆ ਸੀ, ਮਾਂ ਨੇ ਦੱਸ ਦਿੱਤਾ, ਪੁੱਤਰਾ ਰੱਬ ਦੀ ਬੰਦਗੀ ਕਰ। ਸਿਮਰਨ ਦੁਆਰਾ ਕੋਈ ਦੁਸ਼ਮਣ ਨਹੀਂ ਹੁੰਦਾ। ਬੰਦਗੀ ਨਾਲ ਜੁੜ ਗਏ, ਕਿਉਂਕਿ ਬੰਦਾ ਮੇਰ ਤੇਰ ਤੋਂ ਪਰੇ ਹੋ ਜਾਂਦਾ ਜੀ, ਦਵੈਸ਼ ਤੋਂ। ਤੇ ਮਹਾਰਾਜ ਕਹਿੰਦੇ ਸਤਿਗੁਰ ਭੇਟਿਆ ਨਿਰਮਲ ਹੋਆ, ਅੰਦਨ ਨਾਮ ਵਖਾਣੈ। ਜਿਸ ਵਕਤ ਇੰਦਰ ਮੁਲਤਾਨ ਲੁੱਟ ਕੇ ਭਗਤ ਪ੍ਰਹਿਲਾਦ ਦੀ ਮਾਤਾ ਨੂੰ ਜ਼ਬਰਦਸਤੀ ਬਲ ਦੁਆਰਾ ਲੈ ਕੇ ਜਾ ਰਿਹਾ ਸੀ, ਤਾਂ ਉਸ ਵੇਲੇ ਰਸਤੇ 'ਚ ਕਹਿੰਦੇ ਨਾਰਦ ਮੁਨੀ ਮਿਲੇ। ਇੰਦਰ ਮੁਲਤਾਨ ਲੁੱਟ ਕੇ ਭਗਤ ਪ੍ਰਹਿਲਾਦ ਦੀ ਮਾਤਾ ਨੂੰ ਜ਼ਬਰਦਸਤੀ ਲਿਜਾ ਰਿਹਾ ਸੀ ਆਪਣੀ ਤਾਕਤ ਦੁਆਰਾ, ਜਿਵੇਂ ਰਾਵਣ ਸੀਤਾ ਮਾਤਾ ਨੂੰ ਲੈ ਗਿਆ। ਤੇ ਕਹਿੰਦੇ ਫਿਰ ਉਸੇ ਵੇਲੇ ਰਸਤੇ ਦੇ ਵਿੱਚ ਨਾਰਦ ਮੁਨੀ ਮਿਲੇ ਤੇ ਗਰਭਵਤੀ ਕਿਆਦੂ ਪ੍ਰਹਿਲਾਦ ਦੀ ਮਾਤਾ ਨੂੰ ਇੰਦਰ ਕੋਲੋਂ ਛੁਡਵਾ ਕੇ ਆਪਣੇ ਆਸਣ ਦੇ ਵਿੱਚ ਰੱਖਿਆ। ਪਰਮੇਸ਼ਰ ਦੇ ਨਾਮ ਦੀ ਕਥਾ ਸੁਣਾ ਕੇ ਪੇਟ ਦੇ ਭਾਵ ਗਰਭ ਦੇ ਬਾਲਕ ਨੂੰ ਭਗਤੀ ਦੇ ਸੰਸਕਾਰ ਦਿੱਤੇ। ਪਿਛਲੇ ਯੁਗਾਂ ਦੀਆਂ ਗੱਲਾਂ ਨੇ, ਪਰ ਅੱਜ ਕੱਲ ਦੀ ਕਲਯੁਗੀ ਸੋਚ ਕਿੱਥੇ ਮੰਨਦੀ ਹੈ ਗੱਲਾਂ ਨੂੰ। ਗੁਰੂ ਸਾਹਿਬ ਜੀ ਦੀ ਗੁਰਬਾਣੀ ਦੇ ਵਿੱਚ ਹਰ ਇੱਕ ਯੁੱਗ ਦੀ ਗੱਲ ਲਿਖੀ ਹੈ, ਹਰ ਇੱਕ ਯੁੱਗ ਦੀ। ਆਉਣ ਵਾਲੇ ਭਵਿੱਖ ਬਾਰੇ ਵੀ ਪਤਾ ਲੱਗਦਾ ਹੈ, ਪਿਛਲਾ ਵੀ ਦੱਸਦੇ ਨੇ ਮਹਾਰਾਜ। ਗੱਲ ਤਾਂ ਇਹੀ ਹੈ ਨਾ ਵੀ ਅਸੀਂ ਸੁਣਨ ਵਾਲੇ ਹੋਈਏ, ਖੋਜਣ ਵਾਲੇ ਹੋਈਏ। ਪੇਟ ਦੇ ਵਿੱਚ ਹੀ ਭਗਤੀ ਦੇ ਨਾਮ ਬਾਣੀ ਦੇ ਗੁਣ ਦਿੱਤੇ ਨਾਰਦ ਮੁਨੀ ਨੇ ਪ੍ਰਹਿਲਾਦ ਦੀ ਮਾਂ ਦੇ ਪੇਟ ਦੇ ਵਿੱਚ, ਜਦੋਂ ਪ੍ਰਹਿਲਾਦ ਪਲ ਰਿਹਾ ਸੀ। ਜਿਸ ਕਰਕੇ ਪ੍ਰਹਿਲਾਦ ਜੰਮਦਾ ਹੀ ਹਰੀ ਭਗਤ ਹੋ ਗਿਆ। ਨਹੀਂ, ਰਾਖਸ਼ ਦਾ ਬੱਚਾ ਰਾਖਸ਼ ਨਾ ਹੋਵੇ ਕਿਵੇਂ ਹੋ ਜੂ? ਇੱਕ ਦੈਂਤ ਹੈ, ਜ਼ੁਲਮ ਕਰਦਾ ਹੈ, ਭਗਤ ਕਿਵੇਂ ਹੋ? ਉਥੇ ਕੋਈ ਕਿਰਪਾ ਹੈ। ਤਾਂ ਹੀ ਪ੍ਰਹਿਲਾਦ ਜਿਹੜਾ ਸੀਗਾ ਜੰਮਦਾ ਹੀ ਭਗਤ ਪੈਦਾ ਹੋਇਆ। ਜਦੋਂ ਸਤਿਗੁਰ ਦੇ ਰੂਪ ਦੇ ਵਿੱਚ ਨਾਰਦ ਮੁਨੀ ਮਿਲਿਆ ਨਾ, ਤਾਂ ਪ੍ਰਹਿਲਾਦ ਦਾ ਮਨ ਨਿਰਮਲ ਭਾਵ ਮੈਲ ਤੋਂ ਰਹਿਤ ਹੋ ਗਿਆ। ਜੋ ਦਿਨ ਰਾਤ ਪ੍ਰਮਾਤਮਾ ਦੇ ਨਾਮ ਨੂੰ ਵਿਖਿਆਨ ਕਰਦਾ ਰਹਿੰਦਾ ਸੀ। ਨਾਰਦ ਗੁਰੂ ਹੈ ਭਗਤ ਪ੍ਰਹਿਲਾਦ ਦਾ। ਉਸ ਨੇ ਦੱਸਿਆ ਸੀ ਵੀ ਬਹਿ ਜਾ, ਰੱਬ ਰੱਬ ਕਰ। ਤੇ ਮਹਾਰਾਜ ਜੀ ਕਹਿੰਦੇ ਏਕੋ ਪੜ੍ਹੈ
ਏਕੋ ਨਾਉ ਬੂਝੈ ਦੂਜਾ ਅਵਰ ਨਾ ਜਾਣੈ। ਕਹਿੰਦੇ ਇੱਕ ਵਾਹਿਗੁਰੂ ਦੇ ਨਾਮ ਦੀ ਪੜ੍ਹਾਈ ਪੜ੍ਹਦਾ ਸੀ, ਇੱਕ ਨਾਮ ਨੂੰ ਹੀ ਹਿਰਦੇ 'ਚ ਸਮਝਦਾ ਸੀਗਾ, ਦੂਜਾ ਹੋਰ ਅਫਰ, ਕੋਈ ਹੋਰ ਸਥਾਨ ਉਹਦੇ ਵਿੱਚ ਭਗਤ ਪ੍ਰਹਿਲਾਦ ਕੁਝ ਵੀ ਨਹੀਂ ਸੀ ਜਾਣਦਾ। ਹੋਰ ਲੈਣਾ ਕੀ ਹੈ? ਪਰਮੇਸ਼ਰ ਨੇ ਇਹਦੀ ਰੱਖਿਆ ਕੀਤੀ। ਅੱਜ ਵੀ ਮੁਲਤਾਨ ਦੇ ਵਿੱਚ ਯਾਦਗਾਰ ਹੈ, ਜਿਸ ਥੰਮ ਨੂੰ ਪਾੜ ਕੇ ਭਗਵਾਨ ਨਰਸਿੰਘ ਰੂਪ ਪ੍ਰਗਟ ਹੋਏ ਸਨ। ਭਗਤ ਪ੍ਰਹਿਲਾਦ ਦੀ ਰੱਖਿਆ ਕੀਤੀ ਸੀਗੀ। ਪੜ੍ਹਦੇ ਹੁੰਦੇ ਸਨ ਸਿਆਣੇ ਨੇ, ਪਾਲਾ ਤੱਤਿਆਂ ਥੰਮਾਂ ਨੂੰ ਜੱਫੀਆਂ ਦੇਖਾਂ ਤੇਰਾ ਰਾਮ ਰੱਖ ਲੋ। ਫਿਰ ਆਪੇ ਰੱਖਦਾ। ਅਸੀਂ ਤੁਰਨ ਵਾਲੇ ਹੋਈਏ ਵੱਡੇ ਵੱਡੇ ਔਂਕੜਾਂ ਤੋਂ, ਫਿਰ ਆਪੇ ਤੈਨੂੰ ਰਾਮ ਰੱਖ ਲੋ। ਭਰੋਸਾ ਸਭ ਤੋਂ ਵੱਡੀ ਚੀਜ਼। ਫਿਰ ਉਸ ਭਗਤ ਪ੍ਰਹਿਲਾਦ ਨੂੰ ਐਸੀ ਕਿਰਪਾ ਹੋਈ, ਅੱਗ ਨਹੀਂ ਜਾਲ ਸਕੀ। ਬੜਾ ਹਾਥੀਆਂ ਦੇ ਮੂਹਰੇ ਡਿੱਗਿਆ, ਪਹਾੜਾਂ ਤੋਂ ਡਿੱਗੇ ਆ, ਤਲਵਾਰਾਂ ਦੇ ਵਾਰ ਕੀਤੇ। ਜਦੋਂ ਇੰਤਹਾ ਹੋ ਗਈ, ਫਿਰ ਪਰਮੇਸ਼ਰ ਨੂੰ ਆਉਣਾ ਪਿਆ। ਨਰਸਿੰਘ ਰੂਪ ਅਪਾਰ, ਉਹਦੀ ਰੱਖਿਆ ਕੀਤੀ ਆ ਕੇ। ਮਹਾਰਾਜ ਕਹਿੰਦੇ ਖਟ ਦਰਸ਼ਨ ਜੋਗੀ ਸੰਨਿਆਸੀ, ਬਿਨ ਗੁਰ ਭਰਮ ਭੁਲਾਏ। ਜੋਗੀ, ਸੰਨਿਆਸ, ਸੰਨਿਆਸੀ, ਖਟ ਦਰਸ਼ਨ ਕਹੀਏ, ਛੇ ਭੇਖਾਂ ਵਾਲੇ, ਬਿਨ ਗੁਰ ਭਰਮ ਭੁਲਾਏ। ਗੁਰੂ ਦੀ ਸ਼ਰਨ ਵਿੱਚ ਪਏ ਤੋਂ ਬਿਗਨਾ, ਉਹ ਭਰਮ ਭੁਲਾਏ ਭੁਲੇਖਿਆਂ ਵਿੱਚ ਹੀ ਭੁੱਲਣ ਵਿੱਚ ਆ ਰਹੇ ਨੇ, ਭੁੱਲਦੇ ਫਿਰਦੇ ਨੇ। ਜਿੰਨੇ ਮਰਜੀ ਬੰਦਾ ਧਰਮ ਦੇ ਭੇਖ ਧਾਰਨ ਕਰ ਲੈ, ਪਹਿਰਾਵੇ ਪਾ ਲੈ, ਦਿਖਾਵਾ ਕਰੀ ਜਾਏ, ਗੁਰੂ ਤੋਂ ਬਿਨਾਂ ਕਹਿੰਦੇ ਆ ਜੀ ਬਿਨ ਗੁਰ ਭਰਮ ਭੁਲਾਏ। ਚੰਗਾ ਹੋਵੇ ਅਸੀਂ ਗੁਰੂ ਦੀ ਬਾਣੀ ਨੂੰ ਜੀਵਨ ਦੇ ਵਿੱਚ ਅਪਲਾਈ ਕਰੀਏ। ਬਾਣੀ ਕਹਿੰਦੀ ਕੀ ਹੈ, ਪਰ ਅਸੀਂ ਮੱਥੇ ਟੇਕਣ ਤੱਕ ਸੀਮਤ ਹਾਂ। ਗੱਲਾਂ ਥੋੜੀਆਂ ਚੁਭਵੀਆਂ ਨੇ। ਗੱਲ ਤਾਂ ਇਹ ਆ ਨਾ ਵੀ ਅਸੀਂ ਗੁਰੂ ਨਾਨਕ ਮਹਾਰਾਜ ਸੱਚੇ ਪਾਤਸ਼ਾਹ ਦੀ ਵਿਚਾਰ ਧਾਰਨਾ ਨੂੰ ਆਪਣੇ ਜੀਵਨ ਦੇ ਵਿੱਚ ਅਪਲਾਈ ਕਰਨਾ, ਗੁਰੂ ਦੇ ਉਪਦੇਸ਼ ਨੂੰ ਜੀਵਨ 'ਚ ਲਾਗੂ ਕਰਨਾ। ਹਾਂ, ਸਾਧਨ ਕਰੀ ਜਾਓ, ਮੱਥੇ ਟੇਕੀ ਜਾਂਦੇ ਆਪਾਂ। ਗੁਰੂ ਦੀ ਕੋਈ ਮੰਨਦਾ, ਗੁਰੂ ਸਭ ਮੰਨਦੇ ਨੇ ਵੀ ਸਾਡਾ ਗੁਰੂ ਆ, ਪਰ ਗੁਰੂ ਦੇ ਉਪਦੇਸ਼ ਤੇ ਅਮਲ ਕਿਸੇ ਕਿਸੇ ਨੂੰ ਹੈ। ਬਿਨ ਗੁਰ ਭਰਮ ਭੁਲਾਏ, ਆਪਣਾ ਬਣਾਏ ਤੋਂ ਬਿਨਾਂ ਗੁਰੂ ਨੂੰ ਬੰਦਾ ਭੁੱਲਦਾ ਹੈ, ਭੁਲੇਖਿਆਂ 'ਚ ਭਰਮ ਹੈ। ਤੇ ਮਹਾਰਾਜ ਕਹਿੰਦੇ ਆ ਸਤਿਗੁਰ ਸੇਵੇ ਤਾਂ ਗਤ ਮਿਤ ਪਾਵੈ, ਹਰ ਜੀਉ ਮਨ ਵਸਾਏ। ਸਤਿਗੁਰੂ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਸੇਵਾ ਕਰਨ ਤਾਂ ਗਤ ਕਹੀਏ ਮੁਕਤੀ ਦੀ, ਮਿਤ ਕਹੀਏ ਮਰਿਆਦਾ ਨੂੰ ਪਾ ਸਕਦੇ ਨੇ, ਭਾਵ ਪ੍ਰਾਪਤ ਕਰ ਸਕਦੇ ਆ ਜੀ। ਜੇ ਗੁਰੂ ਦੀ ਸੇਵਾ ਕਰਦਾ ਬੰਦਾ, ਗੁਰੂ ਦੇ ਬਚਨਾਂ ਤੇ ਅਮਲ ਕਰਦਾ, ਗਤ ਮਿਤ ਮਿਲ ਜਾਂਦੀ ਹੈ। ਸਤਿਗੁਰਾਂ ਦੁਆਰਾ ਸਰਵਣ ਕਰਕੇ, ਮੰਨਣ ਕਰਕੇ, ਨਿਧਿਆਸਨ ਕਰਕੇ, ਕਮਾਈ ਕਰਨ ਤਾਂ ਵਾਹਿਗੁਰੂ ਮਨ ਵਿੱਚ ਆ ਕੇ ਵਸ ਜਾਂਦਾ ਹੈ। ਭਾਵ ਸੁਣਿਆ ਮੰਨਿਆ ਮਨ ਕੀਤਾ, ਬੋਲ ਪਿਆ ਕਰੋ, ਸੁਣਿਆ ਮੰਨਿਆ ਮਨ ਕੀਤਾ ਭਾਉ। ਪਹਿਲਾਂ ਸੁਣਦਾ ਹੈ, ਫਿਰ ਮੰਨਣਾ ਹੈ, ਆਪਣੀ ਜੀਵ ਨਾਲ ਬੋਲ ਕੇ ਆਪ ਹੀ ਸੁਣਨਾ ਹੈ। ਅਰਥ ਹੈ ਸੁਣੇ ਆਪਾਂ ਨੂੰ ਵੀ, ਜਿਹੜਾ ਆਪਾਂ ਬੋਲਨੇ ਆ ਵੀ ਸੁਣੇ ਸਾਨੂੰ ਗੁਰੂ ਦਾ ਬਚਨ, ਸੁਣਿਆ ਫਿਰ ਉਹਨੂੰ ਮੰਨਣਾ ਹੈ। ਮੰਨਣਾ ਵੀ ਆਈ ਨਹੀਂ ਵੀ ਇਕੱਲਾ ਬਾਣੀ ਮੈਂ ਪੜ੍ਹੀ ਜਾਵਾਂ, ਕਥਾ ਕਰੀ ਜਾਵਾਂ, ਮੰਨਾ ਹੈ ਹੀ ਨਾ। ਆ ਕੁਛ ਕਰਨ ਵਾਲੇ, ਕਰਮ ਧਰਮ ਕਰਨ ਵਾਲੇ, ਬਹੁਤ ਵਾਰ ਆਪਾਂ ਵਿਚਾਰ ਕੀਤੀ ਹੈ ਕਿ ਪਾਠ ਪੜ੍ਹਿਓ ਅਰ ਵੇਦ ਵਿਚਾਰਿਓ, ਨਿਬਲ ਪਿੰਗਮ ਸਾਧੇ।
ਧਾਰਮਿਕ ਪੁਸਤਕਾਂ, ਧਰਮ ਗ੍ਰੰਥ ਪੜ੍ਹਨ ਵਾਲੇ ਬੜੇ ਫਿਰਦੇ ਆ, ਨਿਉਲੀ ਕਰਮ ਬੜੇ ਕਰਦੇ ਨੇ, ਬੜੇ ਸਾਧਨ ਸਾਧਦੇ ਨੇ ਲੋਕ, ਨਿਵਲੀ ਕਰਮ ਕਰਦੇ ਨੇ, ਬੜਾ ਕੁਛ ਕਰਦਾ ਹੈ। ਪਰ ਅਗਰ ਮਹਾਰਾਜ ਜੀ ਕਹਿੰਦੇ ਨੇ ਪੰਜ ਜਨਾ ਸੋ ਸੰਗ ਨਾ ਛੁਟਕਿਓ ਅਦਕ ਅਹੰ ਬੁੱਧ ਵਾਧੇ। ਜੇ ਆ ਦੂਰ ਨਹੀਂ ਨਾ ਹੋਏ, ਕਾਮ ਕ੍ਰੋਧ ਲੋਭ ਮੋਹ ਹੰਕਾਰ ਹੱਦ ਤੋਂ ਵੱਧ ਚੁੱਕੀ ਫਿਰਨੇ ਆ, ਤਾਂ ਮਹਾਰਾਜ ਜੀ ਕਹਿੰਦੇ ਨੇ ਫਲਣੇ। ਤਾਂ ਹੀ ਮਹਾਰਾਜ ਕਹਿੰਦੇ ਨੇ ਪਿਆਰੇ ਇਨ ਵਿਦ ਮਿਲਣ ਨਾ ਜਾਈ, ਮੈਂ ਕੀਏ ਕਰਮ ਅਨੇਕਾਂ। ਆ ਵਿਧੀਆਂ ਨਾਲ ਨਹੀਂ ਮਿਲਦਾ। ਹਾਰ ਪਰਿਓ ਸੁਆਮੀ ਕੈ ਦੁਆਰੈ, ਦੀਜੈ ਬੁੱਧ ਵਿਵੇਕਾ। ਵਿਵੇਕ ਬੁੱਧ ਸਾਨੂੰ ਮਿਲ ਜਾਏ। ਗਤ ਮਿਤ ਤਾਂ ਭੈਣੀ ਆ ਜੇ ਬੰਦਾ ਗੁਰੂ ਨੂੰ ਸਿਮਰਦਾ ਹੈ। ਹਰ ਜੀਉ ਮਨ ਵਸਾਏ, ਫਿਰ ਵਾਹਿਗੁਰੂ ਆ ਕੇ, ਪ੍ਰਮਾਤਮਾ ਆ ਕੇ ਮਨ ਵਿੱਚ ਵਸਦਾ ਹੈ ਜੀ। ਨਹੀਂ ਵਸਣਾ, ਸਾਧਨ ਵੀ ਕਰੀਏ ਮੰਜ਼ਿਲ ਵੀ ਆਵੇ। ਇਹ ਵੀ ਨਹੀਂ ਵੀ ਸਾਧਨ ਛੱਡੇ ਦਈਏ, ਸਾਧਨਾ ਦੁਆਰਾ ਹੀ ਮੰਜ਼ਿਲ ਆਏਗੀ, ਸਾਧਨਾ ਦੁਆਰਾ ਹੀ ਮੰਜ਼ਿਲ ਆਏਗੀ। ਸਾਡੇ ਕਰਮ ਧਰਮ ਸਫਲੇ ਹੁੰਦੇ ਜਾਣਗੇ, ਸਾਡੀ ਕਿਰਤ ਸਫਲੀ ਹੁੰਦੀ ਜਾਏਗੀ। ਹੱਥ ਪੈਰ ਨੇਤਰ ਇੰਦਰੇ, ਕਰਮ ਇੰਦਰੇ, ਪ੍ਰਾਣ ਇੰਦਰੇ, ਧਿਆਨ ਇੰਦਰੇ, ਇਹ ਸਫਲੇ ਹੁੰਦੇ ਜਾਣਗੇ ਜਿਉਂ-ਜਿਉਂ ਸੇਵਾ ਸਿਮਰਨ ਕਰਦੇ ਜਾਵਾਂਗੇ। ਅੰਦਰ ਦੀ ਨਿਰਮਲਤਾਈ ਨਾਮ ਨੇ ਦੇਣੀ ਹੈ। ਕੋਸ਼ਿਸ਼ ਕਰੀਏ ਪ੍ਰੇਮੀਓ, ਹਰ ਜੀਉ ਮਨ ਵਸਾਏ। ਪਰਮਾਤਮਾ ਨੂੰ ਮਨ ਵਿੱਚ ਵਸਾਈਏ, ਅੰਦਰ ਉਹਦਾ ਘਰ ਹੋ ਜਾਏ। ਯਤਨ ਇਹੀ ਹੋਵੇ ਰੋਜ਼ ਕਿ ਤਿਣਕਾ ਮਾਤਰ ਵਿਚਾਰ ਮਹਾਰਾਜ ਦੀ ਬਾਣੀ ਦੀ ਅੰਦਰ ਆ ਜਾਏ, ਕੁਛ ਮਿਲੇ। ਸੋ ਆਓ ਜੀ, ਭੁੱਲਾਂ ਦੁਖੀਆਂ ਇੱਥੇ ਸਮਾਪਤੀ ਹੈ। ਰਹਿੰਦੀ ਵਿਚਾਰ ਅੱਗੇ ਵਿਚਾਰਾਂਗੇ। ਬੇਨਤੀ ਹੈ ਸੰਗਤਾਂ ਨੂੰ, ਸ਼ਾਮ ਵੇਲੇ ਗੁਰਦੁਆਰਾ ਸਾਹਿਬ ਹਰ ਰੋਜ਼ ਗੁਰੂ ਇਤਿਹਾਸ ਦੀ ਕਥਾ ਹੁੰਦੀ ਹੈ। ਸੰਗਤ ਜੀ ਸਮੇਂ ਸਿਰ, ਸਮੇਂ ਤੋਂ ਸਮਾਂ ਕੱਢ ਕੇ ਜ਼ਰੂਰ 5-10 ਮਿੰਟ ਪਹੁੰਚਿਆ ਕਰੋ, ਸੁਣਿਆ ਕਰੋ ਗੁਰੂ ਇਤਿਹਾਸ ਦੀਆਂ ਵਿਚਾਰਾਂ। ਬਾਹਰੋਂ ਸਿੰਘ ਆਉਂਦੇ ਨੇ। 6 ਤੋਂ 7 ਵਜੇ ਤੱਕ 1 ਘੰਟਾ ਗੁਰੂ ਇਤਿਹਾਸ ਦੀ ਕਥਾ ਵਿਚਾਰ ਆਰੰਭ ਹੋਈ ਆਪਣੇ ਗੁਰਦੁਆਰਾ ਸਾਹਿਬ। ਕਰਮਾਂ ਵਾਲੇ ਉਹ ਸਥਾਨ ਹੁੰਦੇ ਨੇ, ਨਗਰ ਹੁੰਦੇ ਨੇ ਜਿੱਥੇ ਬਾਣੀ ਦਾ ਪਹਿਰਾ ਰਹਿੰਦਾ ਹੈ, ਗੁਰੂ ਇਤਿਹਾਸ ਦੀ ਕਥਾ ਵਿਚਾਰ ਹੁੰਦੀ ਹੈ, ਬਰਕਤਾਂ ਨੇ ਫਿਰ ਉੱਥੇ। ਸੋ ਸਮੇਂ ਤੋਂ ਸਮਾਂ ਕੱਢ ਕੇ ਜ਼ਰੂਰ ਪਹੁੰਚਣ ਦੀ ਕੋਸ਼ਿਸ਼ ਕਰਿਆ ਕਰੋ। ਸ਼ਲੋਕ ਪਵਨ ਗੁਰੂ ਪਾਣੀ ਪਿਤਾ, ਦਿਵਸ ਰਾਤ ਦੋਇ ਦਾਈ ਦਾਇਆ। ਚੰਗਿਆਈਆਂ ਬੁਰਿਆਈਆਂ ਕਰਮੀ ਆਪੋ ਆਪਣੀ, ਜਿਨੀ ਨਾਮ ਤੇ ਆਇਆ ਨਾਨਕ ਤੇ ਮੁਖ ਉਜਲੇ। ਜਿਨੀ ਨਾਮ ਤੇ ਆਇਆ ਨਾਨਕ ਤੇ ਮੁਖ ਉਜਲੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।